ਸਤਿਕਾਰਯੋਗ ਸੰਤ ਸਮਾਜ, ਵੱਖ-ਵੱਖ ਯੂਨੀਵਰਸਿਟੀਆਂ ਤੋਂ ਆਏ ਹੋਏ ਪ੍ਰੋਫੈਸਰ ਸਬਾਨ ਅਤੇ ਸਮੂਹ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਪੇਪਰ ਹੈ ਭਾਰਤੀ ਦਰਸ਼ਨ ਵਿੱਚ ਸੇਵਾ ਦਾ ਸੰਕਲਪ। ਸੇਵਾ ਸ਼ਬਦ ਜਿਹੜਾ ਹੈ ਉਹ ਸੰਸਕ੍ਰਿਤ ਦੇ ਸ਼ਬਦ ਸੇਵ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਖਿਦਮਤ, ਦਾਸਤਾ, ਟਹਿਲ, ਪੂਜਾ, ਸ਼ਰਧਾਂਜਲੀ, ਸਨਮਾਨ, ਧਿਆਨ, ਭਗਤੀ, ਚਾਓ ਜਾਂ ਲੈ ਜਾਣਾ। ਕਿਸ ਵੱਲ ਲੈ ਜਾਣਾ? ਸੇਵਾ ਜਿਹੜੀ ਹੈ ਉਹ ਕਿਹਦੇ ਵੱਲ ਲੈ ਜਾਂਦੀ ਹੈ ਸਾਨੂੰ? ਸੇਵਾ ਜਿਹੜੀ ਹੈ ਭਾਰਤੀ ਦਰਸ਼ਨ ਦੇ ਅਕੋਰਡਿੰਗਲੀ ਸੇਵਾ ਜਿਹੜੀ ਹੈ ਉਹ ਮਨੁੱਖ ਨੂੰ ਆਪਣੇ ਵੱਲ ਲੈ ਜਾਂਦੀ ਹੈ, ਬਾਹਰ ਮੁਖੀ ਨਹੀਂ ਕਰਦੀ। ਸੇਵਾ ਜਿਹੜੀ ਹੈ ਇਨਸਾਨ ਨੂੰ ਅੰਦਰ ਵੱਲ ਲੈ ਕੇ ਜਾਂਦੀ ਹੈ। ਇਸ ਕਰਕੇ ਸੇਵਾ ਜਿਹੜੀ ਹੈ ਤਨ, ਮਨ ਅਤੇ ਧਨ ਨਾਲ ਕਰਨੀ ਚਾਹੀਦੀ ਹੈ। ਤਨ ਨਾਲ ਸੇਵਾ, ਮਨ ਨਾਲ ਸੇਵਾ ਅਤੇ ਧਨ ਨਾਲ ਸੇਵਾ। ਧਨ ਨਾਲ ਸੇਵਾ ਦੀ ਗੱਲ ਸਵੇਰੇ ਹੋ ਰਹੀ ਸੀ। ਮੈਂ ਬਚਪਨ ਤੋਂ ਸੁਣਦਾ ਆ ਰਿਹਾ ਕਿ ਬੁੱਧੀ ਉਹ ਧਨ ਹੈ ਜਿਹੜਾ ਕਦੀ ਨਹੀਂ ਚੁਰਾਇਆ ਜਾਂਦਾ। ਇਸ ਕਰਕੇ ਬੱਚਿਆਂ ਨੂੰ ਕਿਹਾ ਜਾਂਦਾ ਸੀਗਾ ਕਿ ਪੜ੍ਹੋ। ਅਤੇ ਜਿਹੜੀ ਬੁੱਧੀ ਦੇ ਨਾਲ ਸੇਵਾ, ਜਿਹੜੇ ਵਿਦਵਾਨ ਲੋਕ ਸੇਵਾ ਕਰ ਰਹੇ ਨੇ, ਉਹ ਜਿਹੜੀ ਬੁੱਧੀ ਦੇ ਨਾਲ ਸੇਵਾ ਹੈ ਉਹ ਬਹੁਤ ਅਹਿਮ ਹੈ। ਇਸ ਕਰਕੇ ਤਨ, ਮਨ ਅਤੇ ਧਨ ਨਾਲ ਸੇਵਾ ਜਿਹੜੀ ਹੈ, ਤਿੰਨਾਂ ਸੇਵਾ ਜਿਹੜੀਆਂ ਨੇ ਉਹ ਬੜੀ ਜ਼ਰੂਰੀਆਂ ਹਨ। ਸੇਵਾ ਜਿਹੜੀ ਹੈ ਭਰਾਤਰੀ ਭਾਵ ਨਾਲ ਕੀਤੀ ਹੋਈ ਸੇਵਾ, ਅਤੇ ਇੱਕ ਸੇਵਾ ਜਿਹੜੀ ਹੈ ਆਤਮ ਭਾਵ ਨਾਲ ਕੀਤੀ ਹੋਈ ਸੇਵਾ। ਆਤਮ ਭਾਵ ਨਾਲ ਕੀਤੀ ਹੋਈ ਸੇਵਾ ਕਿਤੇ ਉੱਤਮ ਹੈ ਭਰਾਤਰੀ ਭਾਵ ਨਾਲ ਕੀਤੀ ਹੋਈ ਸੇਵਾ ਦੇ ਨਾਲੋਂ। ਸੇਵਾ ਦੇ ਨਾਲ ਇੱਕ ਦੁਸ਼ਮਣ ਜਿਹੜਾ ਉਹ ਵੀ ਮਿੱਤਰ ਬਣ ਜਾਂਦਾ ਆਪਣਾ। ਜੇ ਅਸੀਂ ਧੰਨੇ ਭਗਤ ਦੀ ਗੱਲ ਕਰਦੇ ਹਾਂ, ਅਤੇ ਜੇ ਇੱਕ ਪੱਥਰ ਤੋਂ ਪਰਮਾਤਮਾ ਨੂੰ ਪੈਦਾ ਕਰ ਸਕਦਾ ਹੈ ਧੰਨਾ, ਅਤੇ ਮੈਨੂੰ ਲੱਗਦਾ ਕਿ ਇੱਕ ਇਨਸਾਨ ਜਿਹੜਾ ਉਹ ਸਾਡਾ ਆਪਣਾ ਨਹੀਂ ਬਣ ਸਕਦਾ ਸੇਵਾ ਦੇ ਨਾਲ। ਪੱਥਰ ਤੋਂ ਪਰਮਾਤਮਾ ਪੈਦਾ ਹੋ ਸਕਦਾ, ਅਤੇ ਇਨਸਾਨ ਦੇ ਅੰਦਰ ਪਰਮਾਤਮਾ ਨਹੀਂ ਹੈ। ਇਨਸਾਨ ਦੇ ਅੰਦਰ ਵੀ ਉਹੀ ਪਰਮਾਤਮਾ ਹੈ, ਇਨਸਾਨ ਦੇ ਅੰਦਰ ਵੀ ਉਹ ਪਰਮਾਤਮਾ ਪੈਦਾ ਹੋ ਸਕਦਾ ਹੈ ਜੇ ਅਸੀਂ ਉਹਨੂੰ ਸੇਵਾ ਦੇ ਆਤਮ ਭਾਵ ਦੇ ਨਾਲ ਅਸੀਂ ਜੇ ਸੇਵਾ ਕਰਦੇ ਹਾਂ, ਉਹਨੂੰ ਆਪਣਾ ਮੰਨ ਕੇ ਸੇਵਾ ਕਰਦੇ ਹਾਂ। ਇਹ ਜੇ ਅਸੀਂ ਮਹਾਤਮਾ ਬੁੱਧ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੇ ਕਿਹਾ ਸੀਗਾ ਕਿ ਜਿਸ ਨੇ ਮੇਰੀ ਸੇਵਾ ਕਰਨੀ ਹੈ ਉਹ ਪੀੜਤਾਂ ਦੀ ਸੇਵਾ ਕਰੇ। ਮੈਨੂੰ ਇੰਝ ਲੱਗਦਾ ਹੈ ਕਿ ਜਦੋਂ ਅਸੀਂ ਸੇਵਾ ਦੀ ਗੱਲ ਕਰਦੇ ਹਾਂ ਤਾਂ ਜਿਹੜਾ ਇੱਕ ਆਤਮ ਭਾਵ ਨਾਲ ਕੀਤੀ ਹੋਈ ਸੇਵਾ ਮੀਨਸ ਇਹ ਦੇਖਦਾ ਉਹ ਇਨਸਾਨ ਕਿ ਹਰ ਇੱਕ ਦੇ ਅੰਦਰ ਉਹ ਪਰਮਾਤਮਾ ਵਸਦਾ ਹੈ, ਅਤੇ ਉਹਨੂੰ ਕਹਿਣ ਦੀ ਲੋੜ ਹੀ ਨਹੀਂ ਹੋਏਗੀ ਕਿ ਤੂੰ ਇਹ ਕਰ। ਉਹ ਆਪਣੇ ਆਪ ਦੇਖੇਗਾ ਕਿ ਕਿਹਨੂੰ ਜ਼ਰੂਰਤ ਹੈ ਸੇਵਾ ਦੀ, ਉਹ ਉਹਦੇ ਵੱਲ ਆਪਣੇ ਆਪ ਚਲੇ ਜਾਏਗਾ, ਪੀੜਤ ਵੱਲ ਜਾਏਗਾ। ਮੈਨੂੰ ਲੱਗਦਾ ਬਾਬਾ ਨਾਨਕ ਨੂੰ ਜਾਂ ਸ਼ੰਕਰਾਚਾਰਿਆ ਦੀ ਜੇ ਮੈਂ ਗੱਲ ਕਰਾਂ, ਉਹਨਾਂ ਨੂੰ ਕਿਸੇ ਨੇ ਨਹੀਂ ਕਿਹਾ ਵੀ ਇੰਝ ਕਰੋ। ਜੇ ਅਸੀਂ ਔਲਾਦ ਦੀ ਗੱਲ ਕਰਦੇ ਹਾਂ, ਬਾਬਾ ਨਾਨਕ ਇੱਕੋ ਇੱਕ ਪੁੱਤਰ ਸੀਗੇ ਆਪਣੇ ਮਾਂ ਬਾਪ ਦੇ। ਅਤੇ ਜੇ ਮੈਂ ਸ਼ੰਕਰਾਚਾਰਿਆ ਦੀ ਭਾਰਤੀ ਦਰਸ਼ਨ 'ਚ ਗੱਲ ਕਰਦਾ, ਤਾਂ ਉਹ ਵੀ ਆਪਣੇ ਇੱਕੋ ਇੱਕ ਪੁੱਤਰ, ਹੋਵੇ ਏਕ ਅਤੇ ਹੋਵੇ ਨੇਕ। ਜੀ ਉਹਨਾਂ ਨੇ ਇੱਕ ਇਹੋ ਜਿਹਾ ਧਰਮ ਚਲਾਇਆ, ਸਮਾਜ ਦੇ ਅੰਦਰ ਜਿੰਨੀਆਂ ਕੁਰੀਤੀਆਂ ਸੀਗੀਆਂ ਉਹਨਾਂ ਸਾਰੀਆਂ ਕੁਰੀਤੀਆਂ ਨੂੰ ਬਦਲ ਦਿੱਤਾ ਬਾਬਾ ਨਾਨਕ ਨੇ। ਅਤੇ ਉਹ ਇੱਕ ਔਲਾਦ ਸੀਗੀ। ਜੇ ਇਨਸਾਨ ਆਪਣੀ ਔਲਾਦ ਨੂੰ ਚੰਗੇ ਸੰਸਕਾਰ ਦੇ ਸਕਦਾ, ਤਾਂ ਮੇਰੇ ਖਿਆਲ 'ਤੇ ਇੱਕ ਹੀ ਜਿਹੜਾ ਉਹ ਤਾਂ ਕਈ ਕੁਛ ਕਰ ਦੇਗਾ। ਅਤੇ ਜੇ ਆਦਮੀ ਸੰਸਕਾਰ ਨਹੀਂ ਦੇ ਸਕਦਾ, ਤਾਂ ਇੱਕ ਦੀ ਜਗ੍ਹਾ 1000 ਵੀ ਹੋ ਜਾਣ, ਤਾਂ ਮੈਨੂੰ ਲੱਗਦਾ ਕੁਛ ਨਹੀਂ ਕਰ ਪਾਏਗਾ। ਇਸ ਕਰਕੇ ਜੇ ਔਲਾਦ ਇੱਕ ਹੈ ਅਤੇ ਮਾਂ ਬਾਪ ਜੇ ਉਹਨੂੰ ਸੰਸਕਾਰ ਦਿੰਦੇ ਨੇ, ਅੱਛੇ ਦਿੰਦੇ ਨੇ, ਅਤੇ ਮੈਂ ਕਹਿੰਦਾ ਸਮਾਜ ਦਾ ਸੁਧਾਰ ਬਹੁਤ ਜ਼ਿਆਦਾ ਹੋ ਸਕਦਾ ਹੈ। ਜੇ ਇੱਕ ਅਸੀਂ ਪਸ਼ੂ ਵੱਲ ਦੇਖਦੇ ਹਾਂ, ਚਾਹੇ ਉਹ ਸੂਅਰ ਹੈ, ਚਾਹੇ ਉਹ ਕੁੱਤਾ, ਉਹਨਾਂ ਦੇ ਮਗਰ ਲਾਈਨ ਲੱਗੀ ਹੁੰਦੀ ਹੈ ਬੱਚਿਆਂ ਦੀ, ਲੇਕਿਨ ਉਹ ਕੀ ਕਰਦੇ ਨੇ ਸਮਾਜ ਦੇ ਲਈ। ਲੇਕਿਨ ਜੇ ਮੈਂ ਬਾਬਾ ਨਾਨਕ ਦੀ ਗੱਲ ਕਰਦਾ, ਜੇ ਮੈਂ ਭਾਰਤੀ ਦਰਸ਼ਨ ਦੀ ਗੱਲ ਕਰਦਾ, ਜੇ ਸ਼ੰਕਰਾਚਾਰਿਆ ਦੀਆਂ ਹੋਰ ਵੀ ਮਹਾਤਮਾ ਬੁੱਧ ਦੀ ਜੇ ਮੈਂ ਗੱਲ ਕਰਾਂ, ਤਾਂ ਉਹ ਇੱਕ ਹੀ ਸੀਗੇ, ਲੇਕਿਨ ਉਹਨਾਂ ਨੇ ਸਮਾਜ ਦੇ ਅੰਦਰ ਕੀ ਬਦਲਾਵ ਲਿਆਂਦਾ। ਅਤੇ ਮੈਨੂੰ ਇੰਝ ਲੱਗਦਾ ਹੈ ਕਿ ਜੇ ਅਸੀਂ ਇੱਕ ਵੀ ਹੋਵੇ, ਚਾਹੇ ਉਹ ਗੁਰਸਿੱਖ ਹੋਵੇ, ਚਾਹੇ ਉਹ ਇੱਕ ਪਰਮਾਤਮਾ ਦਾ ਭਗਤ ਹੋਵੇ, ਕੋਈ ਇੱਕ ਹੋਵੇ, ਲੇਕਿਨ ਜੇ ਉਹਨੂੰ ਚੰਗੇ ਸੰਸਕਾਰ ਦਿੱਤੇ ਜਾਣਗੇ, ਤਾਂ ਉਹ ਇੱਕ ਸੰਸਕਾਰ ਲਈ ਬਹੁਤ ਵੱਡਾ ਸੇਵਕ ਜਿਹੜਾ ਉਹ ਹੋਏਗਾ। ਔਰ ਪਰਮਾਤਮਾ ਨੂੰ ਕਿਹੜੇ ਲੋਕ ਚੰਗੇ ਲੱਗਦੇ ਨੇ? ਪਰਮਾਤਮਾ ਨੂੰ ਜੇ ਮੈਂ ਸ਼੍ਰੀਮਦ ਭਗਵਤ ਗੀਤਾ ਦੀ ਜੇ ਮੈਂ ਗੱਲ ਕਰਾਂ, ਅਤੇ ਭਗਵਾਨ ਕ੍ਰਿਸ਼ਨ ਜਿਹੜੇ ਨੇ ਉਹਦੇ 'ਚ ਉਹ ਕਹਿੰਦੇ ਨੇ ਕਿ ਮੈਨੂੰ ਉਹੀ ਚੰਗਾ ਲੱਗਦਾ ਹੈ ਜਿਹੜਾ ਸਹਿਨਸ਼ੀਲ ਹੈ, ਖਿਮਾਸ਼ੀਲ ਹੈ, ਸਾਰਿਆਂ ਦੇ ਅੰਦਰ ਜਿਹੜਾ ਉਹ ਇੱਕ ਆਤਮਾ ਨੂੰ ਦੇਖਦਾ, ਮੈਨੂੰ ਉਹੀ ਚੰਗਾ ਲੱਗਦਾ। ਅਤੇ ਕੀ ਅਸੀਂ ਇਹ ਕਰ ਰਹੇ ਹਾਂ? ਕੀ ਅਸੀਂ ਇਹ ਦੇਖ ਰਹੇ ਹਾਂ? ਇਹ ਸਾਨੂੰ ਆਪਣੇ ਆਪ 'ਚ ਪ੍ਰਸ਼ਨ ਪੁੱਛਣਾ ਚਾਹੀਦਾ। ਸੇਵਾ ਉਹ ਨਜ਼ਰ ਹੈ ਜੋ ਮਿੱਟੀ ਦੇ ਇੱਕ ਕਿਣਕੇ ਨੂੰ ਵੀ ਹੀਰਾ ਬਣਾ ਦਿੰਦੀ ਹੈ। ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸਾਨੂੰ ਚਾਹੀਦਾ ਹੈ ਕਿ ਮਨ ਦੇ ਨਾਲ, ਆਤਮਾ ਦੇ ਨਾਲ ਜਿਹੜੀ ਹੈ ਉਹ ਸੇਵਾ ਕਰਨੀ ਚਾਹੀਦੀ ਹੈ, ਕਿਉਂਕਿ ਨਰ ਦੀ ਸੇਵਾ ਹੀ ਨਾਰਾਇਣ ਦੀ ਸੇਵਾ ਹੈ। ਜੇ ਅਸੀਂ ਉਹਦੇ ਅੰਦਰ ਜੇ ਪਰਮਾਤਮਾ ਨੂੰ ਪਾਉਣਾ ਹੈ, ਮੈਨੂੰ ਇੰਝ ਲੱਗਦਾ ਕਿਸੇ ਵੀ ਧਰਮ ਸਥਾਨ ਦੀ ਸੇਵਾ ਕਰਨੀ ਕੋਈ ਬੁਰੀ ਗੱਲ ਨਹੀਂ ਹੈ, ਬਹੁਤ ਚੰਗੀ ਗੱਲ।
लेकिन मैनू कई बार इंज लगता जिहड़े असीं घर च रह रहे हैं, जे मैं बूट पॉलिश करदा गुरुद्वारे या मंदिर च जाके मैं किते भी कुछ करदा सेवा, बड़ी चंगी गल है, करनी चाहिए है। अपनी माँ दे चप्पलां कदी साफ कीतियां होणियां, बाप दियां कीतियां होणियां, घर च जिहड़े लोग रहिंदे ने कि उन्हां दे अंदर परमात्मा नहीं है? मैनू इंज लगदा जिहड़ियां चिड़ियां ने बड़े आसमान दियां लंबियां उडारियां मारनियां हुंदियां ने, वो सब तो पहले अपने घोंसले च अपने पर पक्के करदियां ने ते फिर जाके वो लंबी उडारी मार सकदियां ने। ते जे घर दे विच ही ये काम शुरू नहीं होया सेवा, तो मैनू लगदा नहीं कि वो बाहर तो फिर एक जस्ट दिखावा तो हो सकता है, पर सेवा कदी नहीं हो सकती जे घरों ही सेवा शुरू नहीं हुई। इस करके घर की सेवा जिहड़ी है घर तो शुरू होनी जिहड़ी है वो बड़ी जरूरी है। तो गोस्वामी तुलसीदास कहते हैं कि सेवक सब ते सेवक धर्म कठोरा, कि सब तो औखा धर्म जिहड़ा वो सेवा दा है, क्योंकि जिहड़ा सेवक हुंदा है उहदे लई स्वामी तो वध के कुछ भी नहीं हुंदा। इस करके जो सेवा करता है उहदे अंदर तेर मेर जात पात ऊंच नीच कुछ नहीं हुंदा। भगवान कृष्ण गीता विच कहंदे ने कि जो सारे अंदर आत्मा नूं देखदा होया ते आत्मा अंदर सारिਆਂ ਨੂੰ देखदा होया, जो परमात्मा दा भगत है सो सारिਆਂ अंदर परमात्मा नूं देखदा है अते परमात्मा अंदर सब नूं देखदा। इस सेवा दा जो भाव है, इसदा जिन्ना विकास हुंदा है, वो सेवक निष्काम भाव पैदा होंदा है। जो भी असीं परमात्मा नूं सब दे अंदर देखते हाँ, सारे धर्म कहंदे ने कि वो परमात्मा एक है, ठीक है, चाहे वो हिंदू धर्म है, मुसलमान धर्म है, सिख धर्म है, ईसाई धर्म, कि असीं मनदे हाँ? साडा मन मनदा है कि वो एक है? जे एक है तो फिर ये हिंदू है, ये सिख है, ये मुसलमान है, ईसाई है, बाहर तो जिहड़ा मर्जी किसी का रूप होवे, कि असीं मन चों ये मन के उहदे नाल मिलदे हाँ, या साडे व्यवहार च कोई वितकरा है हले भी? जे है तो फिर मैनू लगदा असीं नहीं मनदे, वो सिर्फ बाहरी रूप तो असीं कह दिंदे कि एक है परमात्मा, लेकिन मनदे नहीं। जदों तक असीं ये नहीं मनांगे उदों तक सेवा का जिहड़ा मेन मकसद है कदी पूरा नहीं हो सकता। प्रहलाद और जिहड़ा सेवक हुंदा है वो कदी किसी का बुरा नहीं चाहता। जे मैं भारतीय दर्शन प्रहलाद की ते हिरणाकश्यप उहदे बाप की गल करदा है, तो जिहड़ा हिरणाकश्यप सी वो कहंदा सीगा कि मैं ही परमात्मा, तू मेरी पूजा सेवा कर, लेकिन जिहड़ा प्रहलाद सी वो परमात्मा की सेवा करदा सीगा, ओहदा नाम ते आंदा सीगा। और जदों परमात्मा प्रगट हुंदे ने तो उहदे बाप नूं खत्म कर दिंदे ने, तो कहंदे ने तू मंग मेरे कोलों की मंगना, तो वह कहता मैनू कुछ नहीं चाहिए, कुछ नहीं चाहिए। फिर भी वह कहता भी तू मंग, तू की मंगना, तो वह कहता भी मैनू यही मंग, मैं यही मेरी मंग है कि मेरे मन च कोई मंग ही ना रहे, मंगन की कोई इच्छा ही ना रहे। लेकिन वो मन च एक मंग है, वो मन च प्रहलाद के मन च, कि जोड़ा मेरा बाप है यदि सदगति हो जाए, क्योंकि इन्हें बड़े बुरे काम किए ने, ये किते गलत पासे ना चला जाए। तो परमात्मा ने तो उन्होंने पहले ही सदगति दे दी है। जोड़ा भगत हुंदा है वो अपने दुश्मन का भी बुरा नहीं सोचता, कभी भी किसी का बुरा नहीं सोचेगा, क्योंकि वो अंदर उन्होंने पता कि सारे अंदर तो मेरा प्यारा परमात्मा, मेरा प्रीतम सारे अंदर वसदा पिया। वह व्यवहार से ये गल ना कि जबान च वो ये गल, जे व्यवहार से जो तक साढ़े च गल नहीं आती, मैनू लगता जिन्ने मर्जी असीं लैक्चर दे लीए सुन लीए तो सिर्फ कथनी तक ही रहने, साढ़े व्यवहार च नहीं आएंगे। जे असीं किसी नूं गलत भावना दिन्ने एक, तो असीं किसी दे अंदर दी सोई हुई गलत भावना जगाने। जे असीं किसी नूं चंगी भावना दिन्ने तो वो अंदर जिहड़ी छिपी हुई अच्छाई है उन्होंने जगाने। जे मैं किसी नूं गाल कढ़दा है तो मैनू एक, जे मैं एक कढ़दा मैनू किनियां कढ़ेगा अगों, 4-5 तो वह भी कढ़ेगा। तो जे मैं उन्होंने किसी नूं मैं मान लो मैं कहदा कि तू बहुत चंगा है, तो उन्होंने गुस्सा आएगा। तो जे असीं उन्होंने ये कहीए कि तू परमात्मा का रूप है, तो उस परमात्मा का प्यारा है, तो वो अंदर किहो जिहियां भावना जागणगियां। तो जिहड़ा एक सच्चा सेवक है परमात्मा का, वो कभी भी किसी के अंदर किसी के लिए दुर्भावना नहीं रखता, वो अंदर हमेशा सद्भावना होंदी है सारे समाज के लिए। इसलिए एक जिहड़ा सच्चा सेवक है वो समाज के अंदर बहुत सद्भावना क्रिएट करता है और समाज के अंदर एक बहुत वड्डा काम करता। सच्चा सेवक जिहड़ा जे ये भाव साडे अंदर आ जाए कि सारे दे अंदर वो परमात्मा वसदा है, तो साडे अंदर जिहड़े राग द्वेष दुख कलेश हंकार लोभ लालच जिन्ने ने ये सारे दे सारे खत्म हो जाएंगे। तो सेवा जिहड़ी है ये लिए कोई खास पीरीयड नहीं है भी इस वेले ही सेवा की जा सकती है। सेवा का एक चलदा फिरदा मनुख जिहड़ा है वो भी सेवा कर सकता है। कई बार कई लोग सेवा की जगह पर बह के भी सेवा नहीं करते। ਜਿਹੜੇ ਸਥਾਨ ਮੰਨ ਲਓ ਇੱਕ ਸੰਤ ਕੋਈ ਕਿਸੇ ਆਸ਼ਰਮ 'ਚ ਕਿਸੇ ਜਗ੍ਹਾ 'ਚ ਗਿਆ ਕਿਤੇ ਵੀ ਬੈਠਾ ਹੋਇਆ ਜਿੱਥੇ ਕਿ ਉਹਨੂੰ ਸਮਾਜ ਦੀ ਸੇਵਾ ਕਰਨੀ ਹੈ, ਤੇ ਜੋ ਨਹੀਂ ਕਰ ਰਿਹਾ, ਜੋ ਗਲਤ ਕਰ ਰਿਹਾ ਤੇ ਉਹ ਗਲਤ ਹੈ, ਉਹ ਸੇਵਾ ਦੇ ਸਥਾਨ ਤੇ ਬਹਿ ਕੇ ਵੀ ਸੇਵਾ ਨਹੀਂ ਕਰ ਰਿਹਾ। ਜੇ ਇੱਕ ਅਧਿਆਪਕ ਹੈ ਉਹਨੂੰ ਸੇਵਾ ਦਾ ਕੰਮ ਦਿੱਤਾ ਗਿਆ ਤੇ ਲੇਕਿਨ ਉਹ ਕਹਿੰਦਾ ਛੱਡੋ ਪਰੇ ਠੀਕ ਕਰੋ ਇਹ ਹੀ ਹੈ ਬਸ, ਇਹ ਆਪ ਕਿਤਾਬਾਂ ਦੇਖ ਲਓ ਜਾ ਕੇ ਡਿਪਾਰਟਮੈਂਟ ਲਾਇਬ੍ਰੇਰੀ 'ਚ ਦੇਖ ਲਓ, ਹਾਂ ਤੇ ਆਪ ਕੁਛ ਨਹੀਂ ਉਹ ਕਰਦਾ, ਜੋ ਉਹਦਾ ਕੰਮ ਹੈ ਉਹ ਨਹੀਂ ਕਰਦਾ, ਤੇ ਉਹ ਅਧਿਆਪਕ ਕੀ ਆਪਣੀ ਸੇਵਾ ਠੀਕ ਨਿਭਾ ਰਿਹਾ। ਇਸੇ ਤਰ੍ਹਾਂ ਮੈਨੂੰ ਲੱਗਦਾ ਹਰ ਡਿਪਾਰਟਮੈਂਟ 'ਚ ਜੇ ਅਸੀਂ ਆਪਣਾ ਕੰਮ ਤਰੀਕੇ ਨਾਲ ਨਹੀਂ ਕਰ ਰਹੇ ਤੇ ਅਸੀਂ ਸੇਵਾ ਹੀ ਨਹੀਂ ਕਰ ਰਹੇ। ਜੇ ਮੈਨੂੰ ਲੱਗਦਾ ਅਸੀਂ ईमानदारी नाल हर आदमी अपने अपने किते दे विच जे असी सेवा करांगे उस जेड़े
ਜਿਹੜੀ ਸਾਨੂੰ ਸੇਵਾ ਸੌਂਪੀ ਗਈ ਹੈ ਉਹਨੂੰ ਸੇਵਾ ਸਮਝ ਕੇ ਕਰਾਂਗੇ ਤੇ ਇੱਕ ਸਮਾਜ ਦੀ ਬਹੁਤ ਵੱਡੀ ਜਿਹੜੀ ਹੈ ਉਹ ਸੇਵਾ ਹੋਏਗੀ। ਤੇ ਸੇਵਾ ਦੇ ਲਈ ਕਦੇ ਵੀ ਕੋਈ ਅਹੁਦਾ ਨਹੀਂ ਹੁੰਦਾ ਕਿ ਇਹ ਕਿਸ ਅਹੁਦੇ ਨੂੰ ਬਿਲੋਂਗ ਕਰਦਾ ਤੇ ਇਹਨੂੰ ਇਹ ਸੇਵਾ ਦਿੱਤੀ ਜਾਏ ਜਾਂ ਨਹੀਂ ਦਿੱਤੀ ਜਾਵੇ। ਜਦੋਂ ਜਿਹੜੇ ਪਾਂਡਵ ਸੀਗੇ ਉਹਨਾਂ ਨੇ ਰਾਜਸੂਯ ਯੱਗ ਕੀਤਾ ਸੀਗਾ ਤੇ ਜਿਹੜੇ ਭਗਵਾਨ ਕ੍ਰਿਸ਼ਨ ਸੀਗੇ ਉਹਨਾਂ ਨੇ ਸਾਰਿਆਂ ਦੇ ਪੈਰ ਧੋਣ ਦੀ ਤੇ ਜੂਠੀਆਂ ਪੱਤਰਾਂ ਚੁੱਕਣ ਦੀ ਸੇਵਾ ਕੀਤੀ ਸੀਗੀ। ਕਿ ਸਾਡੇ ਮਨ 'ਚ ਇਹ ਤਾਂ ਨਹੀਂ ਕਦੀ ਆਉਂਦਾ ਕਿ ਇਹ ਸੇਵਾ ਦਾ ਇੱਕ ਲੈਵਲ ਹੋਣਾ ਚਾਹੀਦਾ, ਮੈਨੂੰ ਇਹ ਸੇਵਾ ਦਿੱਤੀ ਜਾਵੇ ਤੇ ਇਹ ਨਹੀਂ ਦਿੱਤੀ ਜਾਵੇ। ਔਰ ਮੈਨੂੰ ਲੱਗਦਾ ਜਿਹੜਾ ਇੱਕ ਆਤਮਵਿੱਤ ਪੁਰਸ਼ ਹੋਏਗਾ, ਆਪਣੇ ਆਪ ਨੂੰ ਜਾਣਿਆ ਹੋਇਆ ਇਨਸਾਨ ਹੋਏਗਾ, ਉਹ ਕਦੀ ਵੀ ਇਹ ਨਹੀਂ ਸੋਚੇਗਾ। ਜਿਹੜਾ ਉਹਨੂੰ ਲੱਗੇਗਾ ਜਿੱਥੇ ਮੇਰੀ ਜ਼ਰੂਰਤ ਹੈ ਉਹ ਉੱਥੇ ਹੀ ਉਸ ਸੇਵਾ ਨੂੰ ਕਰਨ ਦੀ ਜ਼ਰੂਰ ਕੋਸ਼ਿਸ਼ ਕਰੇਗਾ। ਸੇਵਾ ਜਿਹੜੀ ਉਹ ਦੋ ਕਿਸਮ ਦੀ ਹੈ, ਇੱਕ ਲੌਕਿਕ ਸੇਵਾ ਹੈ ਤੇ ਇੱਕ ਅਲੌਕਿਕ ਸੇਵਾ। ਜੇ ਕਿਤੇ ਹੜ੍ਹ ਆ ਜਾਂਦਾ, ਭੂਚਾਲ ਆ ਜਾਂਦਾ, ਪ੍ਰਕਿਰਤਿਕ ਆਪਦਾਵਾਂ ਆਉਂਦੀਆਂ ਨੇ, ਉੱਥੇ ਸੇਵਾ ਕਰਨੀ ਬਹੁਤ ਚੰਗੀ ਗੱਲ ਹੈ। ਲੇਕਿਨ ਜਿਹੜੀ ਅਲੌਕਿਕ ਸੇਵਾ ਹੈ, ਜੇ ਇਨਸਾਨ ਉਸ ਆਤਮਾ ਨੂੰ ਜਾਣ ਕੇ, ਉਸ ਇੱਕ ਪਰਮਾਤਮਾ ਨੂੰ ਜਾਣ ਕੇ ਆਪਣੇ ਅੰਦਰੋਂ ਇੱਕ ਅੱਛੀਆਂ ਪੋਜ਼ਿਟਿਵ ਵਾਈਬ੍ਰੇਸ਼ਨ ਦਿੰਦਾ ਹੈ, ਸਮਾਜ ਨੂੰ ਇੱਕ ਅੱਛਾਈ ਦਿੰਦਾ ਹੈ, ਮੈਂ ਕਹਿੰਦਾ ਕਿ ਇਹਦੇ ਨਾਲੋਂ ਵੱਡੀ ਸੇਵਾ ਕੋਈ ਹੋ ਹੀ ਨਹੀਂ ਸਕਦੀ। ਕਿਉਂਕਿ ਜਿਹੜੀ ਇੱਕ ਅੱਛੇ ਵਿਚਾਰ ਨੇ, ਅੱਛਾ ਆਚਰਣ ਹੈ, ਔਰ ਇਹਦੇ ਨਾਲੋਂ ਵੱਡੀ ਸੇਵਾ ਜਿਹੜੀ ਹੈ ਉਹ ਹੋਏਗੀ ਸਾਡਾ ਆਚਰਣ। ਕਿਉਂਕਿ ਤੁਸੀਂ ਸਾਡੇ ਇੱਕ ਵਿਵਹਾਰਿਕ ਜੀਵਨ 'ਚ ਆਉਂਦਾ ਕਿ ਇੱਕ ਜਿਹੜਾ ਆਮ ਛੋਟਾ ਬੱਚਾ ਹੈ ਉਹਨੂੰ ਕੋਈ ਗੱਲ ਕਹੀ ਜਾਵੇ, ਹੋ ਸਕਦਾ ਉਹ ਨਾ ਕਰੇ, ਲੇਕਿਨ ਜੋ ਤੁਸੀਂ ਕਰਦੇ ਹੋਵੋਗੇ ਜ਼ਰੂਰ ਉਹ ਬੱਚਾ ਕਰੇਗਾ। ਤੇ ਜੇ ਬਾਬਾ ਨਾਨਕ ਜਾਂ ਮਹਾਤਮਾ ਬੁੱਧ ਜਾਂ ਉਹਨਾਂ ਦੇ ਮਗਰ ਹਜ਼ਾਰਾਂ ਲੋਕ ਲੱਗੇ, ਉਹ ਕਿਉਂ ਲੱਗੇ? ਕਿਉਂਕਿ ਉਹਨਾਂ ਨੇ ਉਪਦੇਸ਼ ਦਿੱਤੇ, ਉਹਨਾਂ ਨੇ ਉਹੋ ਜਿਹਾ ਆਚਰਣ ਕੀਤਾ, ਉਹਨਾਂ ਦੇ ਆਚਰਣ ਨੂੰ ਦੇਖ ਕੇ ਲੋਕ ਉਹਨਾਂ ਦੇ ਪਿੱਛੇ ਚੱਲੇ। ਇਸ ਕਰਕੇ ਮੈਨੂੰ ਲੱਗਦਾ ਕਿ ਜਿਹੜਾ ਇੱਕ ਸੇਵਕ ਹੈ ਉਹਦਾ ਆਚਰਣ ਇੰਨਾ ਵਧੀਆ ਹੁੰਦਾ ਹੈ, ਉਹਦਾ ਇੰਨਾ ਅੱਛਾ ਆਚਰਣ ਹੁੰਦਾ ਕਿ ਲੋਕ ਜਿਹੜੇ ਨੇ ਉਹ ਸਮਾਜ ਦਾ ਇੱਕ ਬੜਾ ਅੱਛਾ ਕੰਮ ਕਰਦਾ ਹੈ। ਇਸ ਕਰਕੇ ਲੋਕ ਉਹਦੇ ਪਿੱਛੇ ਚੱਲਦੇ ਨੇ ਤੇ ਉਹ ਸਮਾਜ ਦਾ ਸੁਧਾਰ ਕਰਦੇ ਨੇ। ਭਗਵਾਨ ਕ੍ਰਿਸ਼ਨ ਜਿਹੜੇ ਨੇ ਉਹ ਗੀਤਾ 'ਚ ਕਹਿੰਦੇ ਨੇ ਕਿ ਅਭਿਆਸ ਨਾਲੋਂ ਗਿਆਨ ਸ਼੍ਰੇਸ਼ਟ ਹੈ, ਗਿਆਨ ਤੋਂ ਪਰਮਾਤਮਾ ਦੇ ਸਰੂਪ ਦਾ ਧਿਆਨ ਸ਼੍ਰੇਸ਼ਟ ਹੈ, ਧਿਆਨ ਨਾਲੋਂ ਸਾਰਿਆਂ ਕਰਮਾਂ ਦੇ ਫਲ ਦਾ ਤਿਆਗ ਸ਼੍ਰੇਸ਼ਟ ਹੈ, ਕਿਉਂਕਿ ਤਿਆਗ ਦੁਆਰਾ ਪਰਮ ਸ਼ਾਂਤੀ ਮਿਲਦੀ ਹੈ। ਜੇ ਅਸੀਂ ਤਿਆਗ ਦੀ ਭਾਵਨਾ ਆਪਣੇ ਮਨ ਦੇ ਅੰਦਰ ਪੈਦਾ ਕਰੀਏ ਕਿ ਕੋਈ ਇੱਛਾ ਨਾ ਰੱਖੀਏ ਕਿ ਅਸੀਂ ਕਰਮ ਕਰੀਏ ਪਰ ਉਹਦਾ ਜਿਹੜਾ ਫਲ ਹੈ ਉਹਦੀ ਇੱਛਾ ਨਾ ਰੱਖੀਏ, ਤਾਂ ਮੈਨੂੰ ਲੱਗਦਾ ਕਿ ਸਮਾਜ ਦੀ ਬਹੁਤ ਵੱਡੀ ਸੇਵਾ ਹੋਏਗੀ। ਜਿਹੜੇ 4 ਆਸ਼ਰਮ ਸੀਗੇ ਭਾਰਤੀ ਵਰਣ ਵਿਵਸਥਾ ਦੇ ਅਨੁਸਾਰ, ਬ੍ਰਹਮਚਰਯ, ਗ੍ਰਹਸਥ, ਵਾਨਪ੍ਰਸਥ ਤੇ ਸੰਨਿਆਸ ਆਸ਼ਰਮ, ਤੇ ਜਿਹੜੇ ਰਿਸ਼ੀ ਮੁਨੀ ਸੀ ਜਦੋਂ ਉਹਨਾਂ ਨੇ ਇੱਕ ਗਿਆਨ ਦੇ ਤਰਾਜੂ ਤੇ ਤੋਲ ਕੇ ਇਹਨਾਂ ਨੂੰ ਦੇਖਿਆ ਤੇ ਸਭ ਤੋਂ ਉੱਤਮ ਜਿਹੜਾ ਸੀ ਉਹ ਗ੍ਰਹਸਥ ਆਸ਼ਰਮ ਉਹਨਾਂ ਨੂੰ ਨਜ਼ਰ ਆਇਆ। ਕਿਉਂਕਿ ਗ੍ਰਹਸਥ ਆਸ਼ਰਮ ਜਿਹੜਾ ਸੀ ਬਾਕੀ ਦੇ 3 ਆਸ਼ਰਮਾਂ ਦੀ ਪਾਲਣਾ ਪੋਸ਼ਣਾ ਕਰਦਾ ਸੀਗਾ। ਜਿਹੜਾ ਗ੍ਰਹਸਥ ਆਸ਼ਰਮ ਹੈ ਉਹਦੇ 'ਚ ਧਰਮ, ਅਰਥ, ਕਾਮ, ਮੋਕਸ਼ 4 ਕਿਸਮ ਦੇ ਜਿਹੜੇ ਪਦਾਰਥ ਨੇ ਉਹ ਗ੍ਰਹਸਥ 'ਚ ਮਿਲ ਜਾਂਦੇ ਨੇ। ਇਸ ਕਰਕੇ ਜਿਹੜਾ ਗ੍ਰਹਸਥ ਆਸ਼ਰਮ ਹੈ ਉਹ ਸਭ ਤੋਂ ਸ਼੍ਰੇਸ਼ਟ ਬੋਲਿਆ ਗਿਆ। ਇਸ ਕਰਕੇ ਜਿਹੜਾ ਗ੍ਰਹਸਥੀ ਹੈ ਇੱਕ, ਉਹਦੇ ਘਰ ਜੇ ਕੋਈ ਆ ਜਾਂਦਾ ਤੇ ਉਹਦੇ ਕੋਲ ਕੁਝ ਵੀ ਨਹੀਂ ਹੈ ਖਾਣ ਪੀਣ ਵਾਸਤੇ, ਤੇ ਉਹ ਇੱਕ ਚੰਗਾ ਬੈਠਣ ਵਾਸਤੇ ਆਸਨ ਦੇ ਸਕਦਾ ਹੈ, ਪੀਣ ਵਾਸਤੇ ਪਾਣੀ ਦੇ ਸਕਦਾ ਹੈ, ਤੇ ਮਿੱਠੜੇ ਬੋਲ ਸਕਦਾ ਉਸ ਆਪਣੇ ਜਿਹੜਾ ਆਇਆ ਪ੍ਰਾਹੁਣਾ ਹੈ। ਕਿਉਂਕਿ ਜਿਹੜਾ ਤੈਤਰੀ ਉਪਨਿਸ਼ਦ ਹੈ, ਤੈਤਰੀ ਉਪਨਿਸ਼ਦ 'ਚ ਅਤਿਥੀ ਦੇਵੋ ਭਵ ਇਹਦਾ ਕਨਸੈਪਟ ਹੈਗਾ ਕਿ ਜੇ ਜਿਹੜਾ ਸਾਡੇ ਘਰ ਪ੍ਰਾਹੁਣਾ ਆਇਆ ਚੱਲ ਕੇ, ਉਹ ਤੇ ਪਰਮਾਤਮਾ ਦਾ ਸਰੂਪ ਹੈ। ਅਸੀਂ ਜੇ ਉਹਨੂੰ, ਤੇ ਮੈਨੂੰ ਲੱਗਦਾ ਕਿ ਅੱਜ ਕੱਲ੍ਹ ਦੇ ਸੰਦਰਭ ਦੇ ਵਿੱਚ ਜੇ ਕੋਈ ਪ੍ਰਾਹੁਣਾ ਆ ਹੀ ਜਾਂਦਾ 2 ਜਾਂ 4 ਦਿਨਾਂ ਵਾਸਤੇ ਮੱਥੇ 'ਚ ਤੂੜੀਆਂ ਪੈ ਜਾਂਦੀਆਂ ਨੇ, ਤੇ ਜੇ ਸਾਨੂੰ ਇਹ ਲੱਗਦਾ ਹੀ ਨਹੀਂ ਹੈ, ਜੇ ਸਾਨੂੰ ਪਰਮਾਤਮਾ ਨਜ਼ਰ ਆਉਂਦਾ ਤੇ ਫਿਰ ਤੇ ਅਸੀਂ ਉਹਦੀ ਉਸ ਪਰਮਾਤਮਾ ਸਮਝ ਕੇ ਸੇਵਾ ਕੀਤੀ ਜਾ ਸਕਦੀ ਹੈ। ਰੰਤੀ ਦੇਵ ਦਾ ਨਾਂ ਇੱਕ ਰਾਜਾ ਹੋਇਆ ਭਾਰਤੀ ਦਰਸ਼ਨ ਦੇ ਵਿੱਚ। ਉਹਦੇ ਘਰ ਜਦੋਂ ਵੀ ਕੋਈ ਪ੍ਰਾਹੁਣਾ ਆਉਂਦਾ ਸੀਗਾ ਤੇ ਉਹ 100 ਗਾਂ 20,100 ਗਾਂ ਜਿਹੜੀ ਸੀਗੀ ਉਹਨੂੰ ਦਾਨ ਰੂਪ 'ਚ ਦਿੰਦਾ ਸੀਗਾ, ਕਿਉਂਕਿ ਉਸ ਟਾਈਮ 'ਚ ਇਹੀ ਪ੍ਰੋਪਰਟੀ ਗਿਣੀ ਜਾਂਦੀ ਸੀਗੀ ਤੇ ਉਹਨੂੰ ਬਹੁਤ ਜ਼ਿਆਦਾ ਸਤਿਕਾਰ ਕਰਦਾ ਸੀਗਾ। ਔਰ ਜਿਹੜਾ ਇਨਸਾਨ ਸਾਡੇ ਕੋਲ ਆਉਂਦਾ ਹੈ ਉਹਦੇ ਜੇ ਉਹਦਾ ਥੋੜ੍ਹਾ ਜੋ ਅਸੀਂ ਕਰ ਸਕਦੇ ਹਾਂ ਉਹਨਾਂ ਸਤਿਕਾਰ ਨਹੀਂ ਹੁੰਦਾ, ਤੇ ਮੈਨੂੰ ਲੱਗਦਾ ਕਿ ਉਹ ਠੀਕ ਨਹੀਂ ਹੋਏਗਾ। ਮੈਂ ਲਾਸਟ 'ਚ ਇਹ ਕਹਾਂਗਾ ਕਿ ਮਨੁੱਖ ਜਿਹੜਾ ਹੈ ਉਹ ਆਪਣੀਆਂ ਬੁਰਾਈਆਂ ਨੂੰ ਤਾਂ ਨਹੀਂ ਦੇਖਦਾ, ਲੇਕਿਨ ਜਿਹੜੀਆਂ ਦੂਸਰਿਆਂ ਦੀਆਂ ਬੁਰਾਈਆਂ ਨੇ, ਆਪ ਪਾਪ ਕੋ ਨਗਰ ਬਸਾਵਤ ਸਹਿ ਨਾ ਸਕਤ ਪਰ ਖੈਰੋ। ਜੇ ਦੂਸਰੇ ਦੀ ਥੋੜ੍ਹੀ ਜਿਹੀ ਵੀ ਅਸੀਂ ਬੁਰਾਈ ਦੇਖ ਲੈਂਦੇ ਹਾਂ ਤੇ ਉਹਨੂੰ ਅਸੀਂ ਸਾਰੇ ਸਮਾਜ 'ਚ ਦੱਸਦੇ ਹਾਂ ਕਿ ਇਹ ਇਹਦੀ ਗਲਤੀ ਹੈ, ਲੇਕਿਨ ਆਪਣੀਆਂ ਜਿਹੜੀਆਂ ਬੁਰਾਈਆਂ ਉਹਨਾਂ ਨੂੰ ਢੱਕ ਲੈਂਦੇ ਹਾਂ। ਲੇਕਿਨ ਜਿਹੜਾ ਇੱਕ ਸੇਵਕ ਹੈ, ਸੱਚਾ ਸਮਾਜ ਸੇਵਕ ਹੈ, ਉਹ ਆਪਣੀਆਂ ਗਲਤੀਆਂ ਨੂੰ ਦੇਖਦਾ ਹੋਇਆ ਸਮਾਜ ਦੀ ਸੇਵਾ ਕਰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।